ਉਹ ਸਟੰਟਬਾਜ਼ੀ ਹੈ। ਜੇ ਸਿਆਸੀ ਸਟੰਟ ਹੁੰਦਾ ਹੈ ਤਾਂ ਉਹਦੇ ਨਤੀਜੇ ਕਿ ਵੱਖਰੀਆਂ ਗੱਲਾਂ ਕੀਤੀਆਂ ਨੇ, ਜਿਹੜਾ ਕਿ ਉਹਨੇ ਕਿਹਾ ਵੀ ਸਾਡੀ ਕੋਈ ਸਹਿਮਤੀ ਜਾਂ ਜਿਵੇਂ ਉਹਦੀ ਗੱਲ ਕਰਨ ਦਾ ਪੰਜਾਬ ਦੀ ਮਾਂ ਬੋਲੀ ਪੰਜਾਬੀ ਹੋਵੇ। ਡਾਕੇ ਤਾਂ ਸਾਰਿਆਂ ਦੇ ਉੱਪਰ ਲਗਾਤਾਰ ਪੈਂਦੇ ਆਏ। ਬੀ ਮੀਡੀਆ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਭਰਵਾਂ ਸਵਾਗਤ ਹੈ ਅਤੇ ਜੀ ਆਇਆਂ ਆਖਦਾ ਮੈਂ ਸਰਦਾਰ ਕੁਸ਼ਲਪਾਲ ਸਿੰਘ ਮਾਨ ਨੂੰ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਨੇ। ਅਤੇ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਬੀਤੇ ਦਿਨੀ ਪੰਜਾਬ ਭਵਨ ਦੇ ਵਿੱਚ ਹੋਈ ਉਸ ਮੀਟਿੰਗ ਦੀ, ਜਿਹਦੇ ਵਿੱਚ ਸਰਬ ਪਾਰਟੀ ਮੀਟਿੰਗ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਾਰੀਆਂ ਪਾਰਟੀਆਂ ਦੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਸੁਨੇਹਾ ਦਿੱਤਾ ਗਿਆ ਸੀ, ਜਿਹਦੇ ਵਿੱਚ ਕੱਲ੍ਹ BSF ਜਿਹੜੀ ਕਿ ਪੰਜਾਬ ਦੇ ਵਿੱਚ ਲਗਾਈ ਗਈ ਆ ਉਹਦੇ ਉੱਪਰ ਵੱਡੇ ਪੱਧਰ 'ਤੇ ਚਰਚਾ ਹੋਈ ਹੈ ਅਤੇ ਇਸ ਤੋਂ ਇਲਾਵਾ ਕਿਸਾਨੀ ਮੁੱਦਿਆਂ ਦੇ ਉੱਪਰ ਵੀ ਜਿਹੜੀ ਆ ਕਿ ਚਰਚਾ ਹੋਈ ਹੈ। ਸੋ ਅਸੀਂ ਅੱਜ ਕੁਸ਼ਲਪਾਲ ਸਿੰਘ ਮਾਨ ਜੀ ਕੋਲੋਂ ਜਾਣਾਂਗੇ ਕਿ ਉਹ ਜਿਹੜੀ ਕੱਲ੍ਹ ਮੀਟਿੰਗ ਹੋਈ ਆ, ਸਰਬ ਪਾਰਟੀ ਮੀਟਿੰਗ ਹੋਈ ਹੈ, ਉਹ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ, ਕਿਉਂਕਿ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਪਹੁੰਚੇ ਸਨ। ਕੁਸ਼ਲਪਾਲ ਮਾਨ ਜੀ, ਆਪ ਜੀ ਦਾ ਸਵਾਗਤ ਕਰਦੇ ਹਾਂ ਬੀ ਮੀਡੀਆ 24 ਚੈਨਲ 'ਤੇ। ਬਹੁਤ ਬਹੁਤ ਮਿਹਰਬਾਨੀ। ਕੁਸ਼ਲਪਾਲ ਜੀ, ਤੁਸੀਂ ਜਿਹੜਾ ਕਿ ਬਤੌਰ ਜਨਰਲ ਸਕੱਤਰ ਕੱਲ੍ਹ ਸਰਬ ਪਾਰਟੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਅਤੇ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਪਹੁੰਚੇ ਸਨ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਹੜੇ ਕਿਹੜੇ ਉੱਥੇ ਨੁਮਾਇੰਦੇ ਪਹੁੰਚੇ ਹੋਏ ਸਨ ਅਤੇ ਜਦੋਂ ਸਿਮਰਨਜੀਤ ਸਿੰਘ ਮਾਨ ਉੱਥੇ ਪਹੁੰਚੇ ਤਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਜਾਣੀ ਕਿ ਵਤੀਰਾ ਸੀ ਅਤੇ ਲੋਕ ਉਹਨੂੰ ਜਿਹੜੇ ਉੱਥੇ ਬੈਠੇ ਸਿਆਸੀ ਆਗੂ ਬੈਠੇ ਸੀ ਉਹ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਸਨ? ਉੱਥੇ ਜੀ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਸੀਗੀਆਂ ਜਿਨ੍ਹਾਂ ਦੀ ਪੋਲੀਟੀਕਲ ਪ੍ਰੈਜ਼ੈਂਸ ਹੈਗੀ ਹੈ। ਜੇ ਮੈਂ ਨਾਮ ਲਵਾਂ ਤਾਂ ਆਮ ਆਦਮੀ ਪਾਰਟੀ, ਬਾਦਲ ਦਲ, ਸੰਯੁਕਤ ਆਪਣਾ ਅਕਾਲੀ ਦਲ ਸੰਯੁਕਤ ਢੀਂਡਸਾ ਸਾਹਿਬ ਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕਮਿਊਨਿਸਟ ਪਾਰਟੀ ਆਫ ਇੰਡੀਆ, ਕਮਿਊਨਿਸਟ ਪਾਰਟੀ ਆਫ ਮਾਰਕਸਿਸਟ, CPIM, NCP, TMC, ਤ੍ਰਿਣਮੂਲ ਕਾਂਗਰਸ ਅਤੇ BSP, ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ, ਸਾਰੀਆਂ ਹੀ ਸੀਗੀਆਂ। ਬਾਕੀ ਬੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਭ ਤੋਂ ਸੀਨੀਅਰ ਲੀਡਰਾਂ ਦੇ ਵਿੱਚੋਂ ਉੱਥੇ ਪ੍ਰੈਜ਼ੈਂਟ ਸੀਗੇ। ਚੀਫ ਮਿਨਿਸਟਰ ਤੋਂ ਨਵਜੋਤ ਸਿੱਧੂ ਤੋਂ ਭਗਵੰਤ ਮਾਨ ਹੋਰਾਂ ਨੇ ਬਹੁਤ ਸਤਿਕਾਰ ਦਿੱਤਾ ਜੀ, ਬੜੀ ਖੁਸ਼ੀ ਹੋਈ ਦੇਖ ਕੇ। ਅਤੇ ਇਹ ਗੱਲ ਹੋਈ ਹੈ ਕਿ ਮਾਨ ਸਤਿਕਾਰ ਦੀ, ਕਿ ਜਦੋਂ ਉੱਥੇ ਸਾਰੇ ਪਹੁੰਚੇ ਅਤੇ ਮਾਨ ਸਤਿਕਾਰ ਹੋਇਆ। ਅਤੇ ਪਰ ਹੁਣ ਗੱਲ ਇਹ ਆਉਂਦੀ ਹੈ ਕਿ ਜਿਹੜੀ ਪੰਜਾਬ ਦੇ ਬਾਰਡਰਾਂ 'ਤੇ 50 ਕਿਲੋਮੀਟਰ ਦੇ ਵਿੱਚ BSF ਲਗਾਈ ਗਈ ਆ, ਉਹਦੇ ਬਾਰੇ ਕੀ ਗੱਲਬਾਤ ਹੋਈ ਹੈ ਅਤੇ ਕੀ ਸਾਰਿਆਂ ਨੇ ਆਪਣਾ ਉੱਥੇ ਤਰਕ ਦਿੱਤਾ? ਦੇਖੋ ਜੀ, ਸਾਰੀਆਂ ਪਾਰਟੀਆਂ, ਜਿਹਦੇ ਵਿੱਚ ਮੈਂ NCP ਨੂੰ ਵੀ ਕਹਿੰਦਾ ਸ਼ਰਦ ਪਵਾਰ ਦੀ ਪਾਰਟੀ ਹੈ, ਹਾਲਾਂਕਿ ਉਹ ਪੰਜਾਬ ਬੇਸਡ ਪਾਰਟੀ ਨਹੀਂ ਹੈ। ਕਿ TMC ਤਾਂ ਅਫੈਕਟਡ ਹੈ ਬਿਕੋਜ਼ ਬੰਗਾਲ ਵੀ ਇਫੈਕਟ ਹੋਇਆ ਹੈਗਾ। ਹਰ ਬੰਦੇ ਨੇ ਹੀ, ਹਰ ਪਾਰਟੀ ਨੇ ਇਹਨੂੰ ਅਪੋਜ਼ ਕੀਤਾ ਹੈਗਾ ਔਰ ਸਰਕਾਰ ਨੂੰ ਵਿਸ਼ਵਾਸ ਦਵਾਇਆ ਹੈਗਾ ਵੀ ਅਸੀਂ ਸਰਕਾਰ ਦੇ ਨਾਲ ਚੱਲਾਂਗੇ, ਚਾਹੇ ਉਹ ਵਿਧਾਨ ਸਭਾ ਦੇ ਸੈਸ਼ਨ ਹੋਵੇ ਜਿਹਨੂੰ ਉਹ ਲਾਈਵ ਕਰਨਗੇ, ਔਰ ਉਸ ਤੋਂ ਬਾਅਦ ਚਾਹੇ ਪ੍ਰਾਈਮ ਮਿਨਿਸਟਰ ਕੋਲ ਜਾਣਾ ਹੋਵੇ ਜਾਂ ਪ੍ਰੈਜ਼ੀਡੈਂਟ ਕੋਲ ਜਾਣਾ ਹੋਵੇ, ਚਾਹੇ ਧਰਨੇ ਲਾਉਣੇ ਹੋਣ, ਚਾਹੇ ਪੰਜਾਬ ਬੰਦ ਕਰਨੇ ਹੋਣ, ਜੋ ਵੀ ਕਰਾਂਗੇ ਅਸੀਂ ਸਾਰੇ ਰਲ ਕੇ ਕਰਾਂਗੇ। ਅਤੇ ਮਾਨ ਸਾਹਿਬ ਵੀ ਤੁਸੀਂ ਕਹਿੰਦੇ ਹੋ ਕਿ ਉੱਥੇ ਗੱਲ ਹੋਈ ਹੈ ਕਿ ਜੋ ਕੁਝ ਵੀ ਕੀਤਾ ਜਾਊਗਾ ਸਭ ਕੁਝ ਰਲ ਮਿਲ ਕੇ ਕੀਤਾ ਜਾਊਗਾ, ਇਸ ਗੱਲ ਦਾ ਹੋਕਾ ਦਿੱਤਾ ਕਿ ਗੱਲ ਕੀਤੀ ਗਈ ਆ। ਪਰ ਜੇ ਅਸੀਂ ਬਾਹਰ ਦੇਖੀਏ ਤਾਂ ਭਗਵੰਤ ਮਾਨ ਨੇ ਵੀ ਆ ਕੇ ਕੁਝ ਆਪਣੀ ਜਿਹੜੀਆਂ ਕਿ ਵੱਖਰੀਆਂ ਗੱਲਾਂ ਕੀਤੀਆਂ ਨੇ, ਜਿਹੜਾ ਕਿ ਉਹਨੇ ਕਿਹਾ ਵੀ ਸਾਡੀ ਕੋਈ ਸਹਿਮਤੀ ਜਾਂ ਜਿਵੇਂ ਉਹਦੀ ਗੱਲ ਕਰਨ ਦਾ ਤਰੀਕਾ ਸੀਗਾ, ਅਤੇ ਉਹਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ? ਦੇਖੋ, ਇਸ ਤਰ੍ਹਾਂ ਹੈ ਵੀ ਇੱਕ ਤਾਂ ਬਹੁਤ ਜ਼ਿਆਦਾ ਗੰਭੀਰ ਮੁੱਦਾ ਹੈ। ਕਿਸੇ ਵੀ ਸਿਆਸੀ ਪਾਰਟੀ ਨੂੰ ਇਹਦੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਪੰਜਾਬ ਦੇ ਹੱਕਾਂ ਦਾ ਮਾਮਲਾ ਹੈ। ਭਗਵੰਤ ਮਾਨ ਹੋਰਾਂ ਨੇ ਉੱਥੇ ਅੰਦਰ ਜ਼ਰੂਰ ਗੱਲ ਕੀਤੀ ਬਈ ਜੀ ਤੁਸੀਂ ਉੱਥੇ ਜਾ ਕੇ ਹਾਂ ਕਰ ਆਏ ਹੋ ਚੀਫ ਮਿਨਿਸਟਰ ਨੂੰ, ਔਰ ਚੀਫ ਮਿਨਿਸਟਰ ਨੇ ਸਭ ਦੇ ਸਾਹਮਣੇ ਐਕਸਪਲੇਨ ਕੀਤਾ ਜੀ ਮੈਂ ਕਰਟਸੀ ਸਹੁੰ ਚੁੱਕਣ ਤੋਂ ਬਾਅਦ ਐਜ਼ ਅ ਕਰਟਸੀ ਮੈਂ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਆਫ ਇੰਡੀਆ ਨੂੰ ਮਿਲ ਕੇ ਆਇਆ। ਮੇਰੇ ਨਾਲ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਐਂਡ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ। ਦੇਖੋ, ਜਦੋਂ ਇੱਕ ਇਨਸਾਨ ਬੈਠ ਕੇ ਭਰੀ ਪੰਚਾਇਤ ਵਿੱਚ ਪੰਜਾਬ ਦੇ ਸਾਰੇ ਜਿੰਨੇ ਕੀ ਮੈਟਰ ਕਰਦੇ ਉਹਨਾਂ ਨੂੰ ਹੱਥ ਜੋੜ ਕੇ ਗਏ ਵੀ ਮੈਂ ਕੁਛ ਨਹੀਂ ਕਰਕੇ ਆਇਆ, ਮੇਰੇ ਨਾਲ ਗੱਲ ਵੀ ਨਹੀਂ ਕੀਤੀ,
ਕੰਸੈਂਟ ਤਾਂ ਕੀ ਲਈ, ਕਿਸੇ ਨੇ ਸਾਡੇ ਨਾਲ ਗੱਲ ਵੀ ਨਹੀਂ ਕੀਤੀ ਇਹ ਕਰਨ ਤੋਂ ਪਹਿਲਾਂ, ਤੇ ਸਾਨੂੰ ਵਿਸ਼ਵਾਸ ਕਰ ਲੈਣਾ ਚਾਹੀਦਾ। ਇੰਨੀ ਬੇਵਿਸ਼ਵਾਸੀ ਜੇ ਅਸੀਂ ਆ ਕੇ ਬਾਹਰ ਕਰਾਂਗੇ ਪਬਲਿਕ 'ਚ ਆ ਕੇ, ਤਾਂ ਉਹ ਨਾ ਸਾਡੇ ਲਈ ਚੰਗੀ ਹੈ, ਨਾ ਪੰਜਾਬ ਲਈ ਚੰਗੀ ਹੈ, ਤੇ ਨਾ ਹੀ ਉਹਨਾਂ ਦੀ ਪਰਸਨੈਲਿਟੀ 'ਤੇ ਟਿਕਾਉਂਦੀ ਹੈਗੀ ਹੈ। ਸੋ ਇੱਕ ਠੀਕ ਨਹੀਂ ਕਰ ਰਹੇ। ਜੇ ਉਹਨਾਂ ਨੇ ਜਾ ਕੇ, ਜਿਵੇਂ ਤੁਸੀਂ ਕਹਿੰਦੇ ਹੋ, ਕੁਛ ਕਿਹਾ ਹੈਗਾ, ਅੰਦਰ ਸਾਰੇ ਸਹਿਮਤੀ ਦੇ ਕੇ ਆਏ ਨੇ, ਔਰ ਇਹ ਪ੍ਰਪੋਜ਼ਲ ਭਗਵੰਤ ਮਾਨ ਦੀ ਹੀ ਸੀਗੀ ਵੀ ਅਸੀਂ ਜਾ ਕੇ ਜੇ ਤੇ ਧਰਨਾ ਦੇਣਾ ਹੀ ਧਰਨੇ ਵੀ ਦਿਆਂਗੇ, ਤੁਹਾਡੇ ਨਾਲ ਹਰ ਥਾਂ ਚੱਲਾਂਗੇ। ਸਭ ਤੋਂ ਪਹਿਲੇ ਬੁਲਾਰੇ ਵੀ ਉਹ ਸੀਗੇ ਗਵਰਨਮੈਂਟ ਤੋਂ ਬਾਅਦ, ਹੋਮ ਮਿਨਿਸਟਰ ਤੋਂ ਬਾਅਦ, ਤੇ ਸਭ ਤੋਂ ਪਹਿਲਾਂ ਪ੍ਰਪੋਜ਼ ਵੀ ਉਹਨਾਂ ਨੇ ਕੀਤਾ ਸੀ। ਤੇ ਇਸ ਦੇ ਵਿੱਚ ਜਿਹੜੀ ਗੱਲ ਹੋਈ ਹੈ, ਜਿਹੜੀ ਆਪਣਾ BSF ਦੇ ਮੁੱਦੇ ਦੇ ਉੱਪਰ ਗੱਲ ਚੱਲੀ ਹੈ, ਉਹ ਕਿੰਨੀ ਕੁ ਦੇਰ ਜਿਹੜੀ ਗੱਲ ਚੱਲੀ ਹੈ, ਤੇ ਉਹਦੇ ਵਿੱਚ ਕੀ ਖਾਸ ਗੱਲਾਂ ਜਿਹੜੀਆਂ ਕਿ ਕੀ ਸੁਝਾਅ ਦਿੱਤੇ ਗਏ ਨੇ? ਸਾਰੀ ਮੀਟਿੰਗ ਐਸੈਂਸ਼ਲੀ BSF ਵਾਲੇ ਇਸ਼ੂ ਤੇ ਹੀ ਸੀਗੀ ਜੀ। ਪਹਿਲਾਂ ਹੋਮ ਮਿਨਿਸਟਰ ਬੋਲੇ ਨੇ, ਰੰਧਾਵਾ ਸਾਹਿਬ, ਫਿਰ ਹੋਮ ਸੈਕਟਰੀ ਨੇ ਆਪਦੀ ਪ੍ਰੈਜੈਂਟੇਸ਼ਨ ਦਿੱਤੀ, ਫਿਰ ਵੱਖ-ਵੱਖ ਬੁਲਾਰੇ ਬੋਲੇ, ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਬੋਲੇ, ਅਖੀਰ ਦੇ ਵਿੱਚ ਨਵਜੋਤ ਸਿੱਧੂ ਕਾਂਗਰਸ ਦੇ ਪ੍ਰਧਾਨ ਬੋਲੇ, ਤੇ ਫਿਰ ਕਨਕਲੂਡ ਚੀਫ ਮਿਨਿਸਟਰ ਨੇ ਕੀਤੀ ਸੀ। ਸੋ ਸਾਡੀ 3-4 ਘੰਟੇ ਚੱਲੀ ਹੈ ਮੀਟਿੰਗ, ਹੁਣ ਐਗਜ਼ੈਕਟ ਟਾਈਮ ਤਾਂ ਨਹੀਂ ਮੈਨੂੰ ਪਤਾ, 3-4 ਘੰਟੇ ਇਸ ਮੁੱਦੇ 'ਤੇ ਬਹੁਤ ਡਿਸਕਸ਼ਨ ਹੋਈ ਹੈ। ਐਂਡ ਚੀਫ ਮਿਨਿਸਟਰ ਕਾਫੀ ਓਪਨ ਸੀਗੇ ਸੁਝਾਵਾਂ ਨੂੰ, ਗਵਰਨਮੈਂਟ ਓਪਨ ਸੀ। ਉਹਨਾਂ ਨੇ 2 ਜਿਹੜੇ ਰੈਜ਼ੋਲੂਸ਼ਨ ਸੀਗੀ ਗਵਰਨਮੈਂਟ ਡਰਾਫਟ ਕਰਕੇ ਲਿਆਈ ਸੀ, ਔਰ ਫਿਰ ਜਦੋਂ ਪੜ੍ਹੇ ਗਏ ਤੇ ਫਿਰ ਜਿੰਨੇ ਵੀ ਪ੍ਰਪੋਜ਼ ਕੀਤਾ, ਇਨਫੈਕਟ ਸਟਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕੋਈ ਅੱਖਰ ਵੀ ਪ੍ਰਪੋਜ਼ ਕੀਤਾ ਸੀ, ਉਹ ਵੀ ਚੀਫ ਮਿਨਿਸਟਰ ਨੇ ਕਿਹਾ ਪਾਓ। ਜਿੰਨੇ ਵੀ ਕੁਝ ਪ੍ਰਪੋਜ਼ ਕਰ ਦਿੱਤਾ, ਚੀਫ ਮਿਨਿਸਟਰ ਨੇ ਕਿਹਾ ਉਹ ਵਿੱਚ ਪਵਾ ਲਓ। ਸੋ ਇਹ ਕੋਈ ਗੱਲ ਨਹੀਂ ਹੈਗੀ, ਜੇ ਕੋਈ ਕਹਿੰਦਾ ਤਾਂ ਬਹੁਤ ਗਲਤ ਕਹਿ ਰਿਹਾ, ਮੈਂ ਉਹਦਾ ਖੰਡਨ ਕਰਦਾ। ਅੱਛਾ ਕੁਸ਼ਲਪਾਲ ਜੀ, ਇੱਕ ਗੱਲ ਹੋਰ ਹੈਗੀ ਆ ਕਿ ਜਿਹੜਾ ਅਸੀਂ ਗੱਲ ਕਰੀਏ ਪੰਜਾਬ ਕਾਂਗਰਸ ਦੀ, ਜਿਹੜਾ ਕਿ ਹਮੇਸ਼ਾ ਰੋਜ਼ ਅਖਬਾਰਾਂ ਦੇ ਵਿੱਚ ਵੀ ਆਉਂਦਾ ਤੇ ਸੋਸ਼ਲ ਮੀਡੀਆ 'ਤੇ ਬੜਾ ਰਹਿੰਦਾ ਕਿ ਜਿਹੜੀ ਕਿ ਕਾਂਗਰਸ ਦਾ ਜਿਹੜਾ ਕਿ ਅੰਦਰ ਖਾਤੇ ਜਿਹੜਾ ਕਿ ਕਾਟੋ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਜੇ ਗੱਲ ਕਰੀਏ ਕਾਂਗਰਸ ਪ੍ਰਧਾਨ ਪੰਜਾਬ ਦੇ ਨਵਜੋਤ ਸਿੰਘ ਸਿੱਧੂ ਦੀ, ਤਾਂ ਉਹ ਇੱਕ ਆਪਣਾ ਵੱਖਰੀ ਜਿਹੜਾ ਕਿ ਰੌਲਾ ਪਾਉਂਦੇ ਨੇ, ਤੇ ਉਹ ਜਿਹੜਾ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣੇ, ਉਹਨਾਂ ਦੀ ਵੀ ਆਪਸ 'ਚ ਕੋਈ ਜ਼ਿਆਦਾ ਗੱਲ ਨਹੀਂ ਹੈਗੀ। ਤੇ ਪਰ ਕੱਲ੍ਹ ਦਾ ਕਿਸ ਤਰ੍ਹਾਂ ਦਾ ਰਿਹਾ ਮਾਹੌਲ ਉੱਥੇ, ਕਿੱਦਾਂ ਦਾ ਦੋਵਾਂ ਦਾ ਆਪਸ 'ਚ ਦੇਖਣ ਨੂੰ ਵਤੀਰਾ ਮਿਲ ਰਿਹਾ ਸੀਗਾ? ਇਸ ਤਰ੍ਹਾਂ ਹੈ ਜੀ ਭਈ, ਦੇਖੋ ਕੱਲ੍ਹ ਚਾਹੇ ਚਰਨਜੀਤ ਸਿੰਘ ਚੰਨੀ ਹੋਵੇ, ਚਾਹੇ ਨਵਜੋਤ ਸਿੱਧੂ ਹੋਵੇ, ਚਾਹੇ ਸਿਮਰਨਜੀਤ ਸਿੰਘ ਮਾਨ ਹੋਣ, ਚਾਹੇ ਭਗਵੰਤ ਮਾਨ ਹੋਣ, ਮੈਂ ਬਹੁਤ CPIM ਦਾ ਬੜਾ ਸਟਰੋਂਗ, ਸਾਰੇ ਇੱਕੋ ਗੱਲ 'ਤੇ ਸੀਗੇ ਵੀ ਇਹ ਪੰਜਾਬ 'ਤੇ ਡਾਕਾ ਪੈ ਰਿਹਾ ਹੈ, ਪੰਜਾਬ ਨੂੰ ਬਾਈਫਰਕੇਟ ਕੀਤਾ ਜਾ ਰਿਹਾ, ਇਹਨੂੰ ਯੂਨੀਅਨ ਟੈਰੀਟਰੀ ਬਣਾਇਆ ਜਾ ਰਿਹਾ, ਇਹਨੂੰ ਰੋਕਣਾ ਚਾਹੀਦਾ ਹੈਗਾ। ਸੋ ਕਿਸੇ ਦਾ ਵੀ ਕਿਸੇ ਇਹਦੇ 'ਚ ਇਹ ਨਹੀਂ ਸੀਗਾ ਵੀ ਕੋਈ ਇੱਕ ਗੱਲ ਕਰ ਰਿਹਾ, ਕੋਈ ਦੂਜੀ ਗੱਲ ਕਰ ਰਿਹਾ। ਹਾਂ, ਬਾਦਲ ਦਲ ਔਰ ਆਮ ਆਦਮੀ ਪਾਰਟੀ ਨੇ ਜ਼ਰੂਰ ਪਰਸਨਲ ਇੰਟੈਗ੍ਰਿਟੀ 'ਤੇ ਕੁਐਸਚਨਸ ਕੀਤੇ ਨੇ ਚੀਫ ਮਿਨਿਸਟਰ ਦੀ ਅਤੇ ਹੋਮ ਮਿਨਿਸਟਰ ਦੀ, ਬਟ ਐਜ਼ ਫਾਰ ਐਜ਼ ਦਿਸ ਕਾਜ਼ ਇਜ਼ ਕੰਸਰਨਡ ਸਾਰੇ ਇੱਕੋ ਪੇਜ 'ਤੇ ਸੀ। ਅੱਛਾ, ਜਿਵੇਂ ਤੁਸੀਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਸਵਾਲ ਕੀਤੇ ਨੇ, ਉਹ ਕਿੰਨੇ ਸਵਾਲ ਕੀਤੇ, ਕਿਹੜੇ ਸਵਾਲ ਕੀਤੇ ਗਏ ਨੇ? ਭਗਵੰਤ ਮਾਨ ਹੋਰੀ ਕਹਿ ਰਹੇ ਸੀਗੇ ਵੀ ਤੁਸੀਂ ਉੱਥੇ ਜਾ ਕੇ ਸਹਿਮਤੀ ਦੇ ਆਏ ਹੋ, ਸ਼ੁਰੂਆਤ ਉਹਨਾਂ ਨੇ ਇੱਥੇ ਕੀਤੀ ਵੀ ਤੁਸੀਂ ਜਾ ਕੇ ਸਹਿਮਤੀ ਦੇ ਆਏ ਹੋ, ਜਿਹੜੀ ਅਮਿਤ ਸ਼ਾਹ ਨਾਲ ਹਾਂ ਮੀਟਿੰਗ 'ਤੇ ਤੁਹਾਡੀ ਮੁਲਾਕਾਤ ਤੋਂ ਬਾਅਦ ਇਹਨਾਂ ਨੇ ਉਹ ਕਰਤਾ ਹੈਗਾ, ਨੋਟੀਫਿਕੇਸ਼ਨ ਕਰਤਾ ਹੈਗਾ, ਜਿਹੜੀ ਉਹਨਾਂ ਨੇ CM ਨੇ ਕਿਹਾ ਵੀ ਮੇਰੀ ਉਹਦੇ ਨਾਲ ਮੈਂ ਕਰਟਸੀ ਸੇ ਮਿਲਣ ਜ਼ਰੂਰ ਗਿਆ ਸੀ, ਪਰ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਸੋ ਇਹਦੇ 'ਤੇ ਸੀਗਾ। ਦੂਸਰਾ, ਉਹ ਜਿਹੜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਉਹ ਗੱਲ ਕਰ ਰਹੇ ਸੀਗੇ ਵੀ ਇਹ ਜਿਹੜੀ ਤੁਹਾਡੇ ਜਿਹੜੇ ਫਾਰਮਰ ਚੀਫ ਮਿਨਿਸਟਰ ਨੇ ਅਮਰਿੰਦਰ ਸਿੰਘ, ਉਹ ਨੈਸ਼ਨਲ ਸਿਕਿਉਰਿਟੀ ਦੀ ਦੁਹਾਈ ਦਿੰਦੇ ਨੇ, ਉਹ ਹੈ ਤਾਂ ਤੁਹਾਡੀ ਪਾਰਟੀ ਦੇ ਵਿੱਚ ਹੀ ਨੇ, ਤੁਸੀਂ ਪਹਿਲਾਂ ਆਪਣੀ ਪਾਰਟੀ 'ਚ ਕਲੈਰਿਟੀ ਲਿਆਓ ਵੀ ਤੁਸੀਂ ਕਿਹੜੇ ਪਾਸੇ ਹੋ। ਸੋ ਪਰਸਨਲ ਇਸ਼ੂਜ਼ 'ਤੇ ਇਹਨਾਂ ਦੋਵੇਂ ਪਾਰਟੀਆਂ ਨੇ ਇਹਨਾਂ ਨੂੰ ਚੀਫ ਮਿਨਿਸਟਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ, ਬਟ ਮੈਂ ਫਿਰ ਇਹੀ ਤੁਹਾਨੂੰ ਬਾਰ-ਬਾਰ ਕਹਿਣਾ ਵੀ ਇੰਨਾ ਗੰਭੀਰ ਮੁੱਦਾ ਹੈ, ਇੱਥੇ ਪਰਸਨਲ ਇਸ਼ੂਜ਼ ਆਉਣੇ ਨਹੀਂ ਚਾਹੀਦੇ, ਚਾਹੇ ਅਮਰਿੰਦਰ ਸਿੰਘ ਹੋਵੇ, ਚਾਹੇ ਚਰਨਜੀਤ ਸਿੰਘ ਚੰਨੀ ਹੋਵੇ, ਚਾਹੇ ਨਵਜੋਤ ਸਿੱਧੂ ਹੋਵੇ। ਅੱਛਾ ਕੁਸ਼ਲਪਾਲ ਜੀ, ਇੱਕ ਹੋਰ ਗੱਲ ਜੇ ਅਸੀਂ ਗੱਲ ਦੇਖੀਏ, ਗੱਲ ਚੱਲੀ ਆ ਕਿ ਪੰਜਾਬ ਦੇ ਡਾਕਿਆਂ ਦੀ, ਪੰਜਾਬ ਦੇ ਪਾਣੀ ਹੋਵੇ, ਪੰਜਾਬ ਦੀ ਜ਼ਮੀਨੀ ਹੋਵੇ, ਪੰਜਾਬ ਦੀ ਮਾਂ ਬੋਲੀ ਪੰਜਾਬੀ ਹੋਵੇ, ਡਾਕੇ ਤਾਂ ਸਾਰਿਆਂ ਦੇ ਉੱਪਰ ਲਗਾਤਾਰ ਪੈਂਦੇ ਆਏ ਨੇ, ਹਮੇਸ਼ਾ ਤੋਂ ਹੀ ਪੈਂਦੇ ਆਏ ਨੇ। ਤੇ ਇਹਦੇ ਨਾਲ ਹੀ ਅਸੀਂ ਗੱਲ ਇਹ ਵੀ ਤੁਹਾਡੇ ਤੋਂ ਪੁੱਛਣੀ ਚਾਹੁੰਦੇ ਹਾਂ ਕਿ ਇਸ ਟਾਈਮ ਜਿਹੜੇ ਕਿਸਾਨ ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ ਜਾਂ ਹੋਰ ਬਾਰਡਰਾਂ 'ਤੇ ਜਿਹੜੇ ਆ ਕਿ ਲਗਾਤਾਰ ਪਿਛਲੇ
11 ਮਹੀਨਿਆਂ ਤੋਂ ਲਗਭਗ ਹੁਣ ਜਿਹੜੇ ਕਿ ਸਾਲ ਹੋ ਚੱਲਿਆ ਦੇ ਨੇੜੇ ਸਮਾਂ ਆ ਗਿਆ, ਤੇ ਉਹ ਬੈਠੇ ਨੇ, ਉਹਨਾਂ ਦੇ ਮੁੱਦਿਆਂ 'ਤੇ ਵੀ ਕੋਈ ਗੱਲ ਕੀਤੀ ਗਈ ਹੈ ਜਾਂ ਸਿਰਫ BSF ਦੇ ਮੁੱਦੇ ਦੇ ਉੱਪਰ ਹੀ ਜਿਹੜੀ ਹੈ ਕਿ ਗੱਲਬਾਤ ਚੱਲਦੀ ਰਹੀ ਹੈ ਜੀ? ਨਹੀਂ, ਉਹਦੇ ਵਿੱਚ ਇਹ ਫੈਸਲਾ ਹੋਇਆ ਹੈ ਵੀ ਜਦੋਂ ਵਿਧਾਨ ਸਭਾ ਦਾ ਸੈਸ਼ਨ ਸੱਦਾਂਗੇ, ਉਹ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਤਿੰਨੋਂ ਲਾਜ਼ ਜਿਹੜੇ ਪਹਿਲਾਂ 17 ਪੁਰਾਣੇ ਬਣੇ ਹੋਏ ਨੇ, ਪਹਿਲਾਂ ਅਮੈਂਡਮੈਂਟ ਕੀਤੀ ਸੀ ਅਮਰਿੰਦਰ ਸਿੰਘ ਹੋਰਾਂ ਵੇਲੇ, ਉਹਨੂੰ ਇਹ ਰਿਪੀਲ ਕਰਨਗੇ। ਸੋ ਇਹ ਗਵਰਨਮੈਂਟ ਨੇ ਕਮਿਟਮੈਂਟ ਦਿੱਤੀ ਹੈਗੀ ਹੈ ਕਿ ਤਿੰਨੋਂ ਲਾਜ਼ ਪੰਜਾਬ ਅਸੈਂਬਲੀ 'ਚ ਰਿਪੀਲ ਕਰਨ। ਤੇ ਇਸ ਤੋਂ ਇਲਾਵਾ ਕੋਈ ਹੋਰ ਖਾਸ ਗੱਲ ਜਿਹੜੀ ਉੱਥੇ ਹੋਈ ਹੋਵੇ, ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦੇ ਵੱਲੋਂ ਕੋਈ ਉੱਥੇ ਕੋਈ ਆਪਣਾ ਜਿਹੜਾ ਕਿ ਤਰਕ ਰੱਖਿਆ ਗਿਆ ਹੋਵੇ ਜਾਂ ਕੋਈ ਗੱਲ ਰੱਖੀ ਗਈ ਹੋਵੇ? ਸਰਦਾਰ ਮਾਨ ਨੇ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਕਹੀ ਹੈ ਵੀ ਜਿਹੜੀ ਇਹਨਾਂ ਦੀ ਪਰਫਾਰਮੈਂਸ ਹੈ, ਉਹਨਾਂ ਨੇ ਪੁਰਾਣੀਆਂ ਪਿਛਲੇ 10 ਸਾਲ ਤੋਂ ਡਿਫਰੈਂਟ ਟਾਈਮਸ 'ਤੇ ਉਹਨਾਂ ਨੇ ਚਿੱਠੀਆਂ ਲਿਖਦੇ ਰਹੇ ਨੇ ਹੋਮ ਮਿਨਿਸਟਰ ਆਫ ਇੰਡੀਆ ਨੂੰ ਵੀ, DGP ਨੂੰ, ਵੀ ਜਿਹੜੀ ਇਹ ਪੰਜਾਬ ਦੇ ਵਿੱਚ ਨਸ਼ੇ ਨੇ, ਇਹ ਤੁਸੀਂ ਕਹਿੰਦੇ ਹੋ ਕਿ ਬਾਰਡਰ ਤੋਂ ਹੋ ਕੇ ਆ ਰਿਹਾ ਹੈ, ਬਾਰਡਰ 'ਤੇ BSF ਬੈਠੀ ਹੈ, ਜਿਹੜੀ ਉਹ BSF ਉੱਥੇ ਬੈਠੀ ਹੈ ਉਹਦੀਆਂ ਨਿਗਰਾਨੀ ਦੇ ਵਿੱਚੋਂ ਹੀ ਇਹ ਸਭ ਕੁਝ ਲੰਘ ਰਿਹਾ ਹੈ। ਜਾਂ ਤਾਂ ਉਹ ਇਨਕੰਪੀਟੈਂਟ ਹੈ ਜਾਂ ਗਵਰਨਮੈਂਟ ਆਫ ਇੰਡੀਆ ਦੀ ਕੰਸੈਂਟ 'ਤੇ ਉਹ ਰਿਪੀਟਡ ਚਿੱਠੀਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਿਖ ਰਿਹਾ ਸੀਗਾ ਪੰਜਾਬ ਗਵਰਨਮੈਂਟ ਨੂੰ ਵੀ ਅਤੇ ਗਵਰਨਮੈਂਟ ਆਫ ਇੰਡੀਆ ਨੂੰ ਵੀ, ਉਹ ਸਾਰੀਆਂ ਕਾਪੀਜ਼ ਲੈ ਕੇ ਆਏ ਸੀ ਪ੍ਰਧਾਨ ਸਾਹਿਬ ਕੱਲ੍ਹ ਨਾਲ, ਐਂਡ ਉਹ ਸਾਰੀਆਂ ਡਾਕੂਮੈਂਟੇਸ਼ਨ ਅਸੀਂ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਹੈਂਡਓਵਰ ਕਰਤੀਆਂ ਨੇ। ਵੀ ਸਾਡਾ ਬੇਸਿਕ ਕੰਮ ਹੈ ਵੀ ਜਦੋਂ ਇੰਨੀ ਬੁਰੀ ਤਰ੍ਹਾਂ ਬਾਰਡਰ ਸਿਕਿਉਰਿਟੀ ਫੋਰਸ ਡਰੱਗਸ ਦੀ ਮੂਵਮੈਂਟ ਨੂੰ ਰੋਕਣ 'ਚ ਫੇਲ ਹੋਈ ਹੈ, ਸੋ ਇਹਨਾਂ ਨੂੰ ਇਹ ਜਿਹੜਾ ਏਰੀਆ ਵਧਾ ਰਹੇ ਹੋ ਇਹ ਵੈਸੇ ਹੀ ਗਲਤ ਹੈ, ਅਤੇ ਇਹਦਾ ਇੱਕ ਇਨਕੰਪੀਟੈਂਟ ਫੋਰਸ ਪ੍ਰੂਵ ਹੋ ਚੁੱਕੀ ਹੈ ਐਜ਼ ਫਾਰ ਐਜ਼ ਡਰੱਗਸ ਇਜ਼ ਕੰਸਰਨ। ਸੋ ਇਹਨੂੰ ਕਿਸ ਖੁਸ਼ੀ 'ਚ ਦੇ ਰਹੇ ਹੋ? ਸੈਕਿੰਡ ਗੱਲ ਇਹ ਹੈ ਵੀ 1968 ਤੱਕ ਜਿਹੜੀ ਪੰਜਾਬ ਆਰਮਡ ਪੁਲਿਸ ਹੈ, ਜਿਹਨੂੰ PAP ਆਮ ਤਰ੍ਹਾਂ ਕਹਿੰਦੇ ਆ, ਇਹ ਬਾਰਡਰ ਗਾਰਡ ਕਰਦੀ ਸੀ ਸਾਰਾ। ਇਸ ਤਰ੍ਹਾਂ ਰਾਜਸਥਾਨ 'ਚ ਰਾਜਸਥਾਨ ਆਰਮਡ ਕੰਸਟੇਬਲਰੀ ਹੈ, ਉਹ ਗਾਰਡ ਕਰਦੀ ਸੀ। ਇਹ 1968 'ਚ BSF ਐਕਟ ਲਿਆ ਕੇ ਇਹਨਾਂ ਨੇ BSF ਇੱਕ ਨਵੀਂ ਫੋਰਸ ਖੜੀ ਕੀਤੀ। ਹੁਣ ਕੀ ਕੋਈ ਇਨਕੰਪੀਟੈਂਸ ਸੀਗੀ ਪੰਜਾਬ ਪੁਲਿਸ ਦੀ ਉਦੋਂ? ਤੁਸੀਂ ਇਸ ਤਰ੍ਹਾਂ ਇਹਨੂੰ ਇੱਕ ਸਟੇਟ ਵਿਦਿਨ ਅ ਸਟੇਟ, ਜਿਵੇਂ ਨਵਜੋਤ ਸਿੱਧੂ ਕਹਿੰਦੇ ਹੋ, ਇਹ ਬੇਸਿਕਲੀ ਡੀ ਫੈਕਟੋ ਪ੍ਰੈਜ਼ੀਡੈਂਟ ਰੂਲ ਆ ਰਹੇ ਨੇ, ਡਾਇਰੈਕਟਲੀ ਆਪਣੇ ਅੰਡਰ ਕਰ ਰਹੇ ਨੇ। ਜਿਵੇਂ ਕਸ਼ਮੀਰ ਨੂੰ ਬਾਈਫਰਕੇਟ ਕਰਤਾ ਹੈਗਾ, ਇਹ ਤੁਹਾਡੇ ਪੰਜਾਬ ਨੂੰ ਵੀ ਡੀ ਫੈਕਟੋ ਬਾਈਫਰਕੇਸ਼ਨ ਕਰ ਰਹੇ ਨੇ। ਜਿਹੜੇ ਬਾਰਡਰ ਏਰੀਆਜ਼ ਨੇ ਉਹ ਆਪਣੇ ਥੱਲੇ ਲੈ ਰਹੇ ਨੇ, ਇੱਧਰ ਵਾਲਾ ਏਰੀਆ ਥੋੜ੍ਹੇ ਬਹੁਤੇ ਰਹਿ ਜਾਣਗੇ, ਬਟ ਥੋੜ੍ਹਾ ਮੋਸਟ ਇੰਪੋਰਟੈਂਟ ਦਰਬਾਰ ਸਾਹਿਬ, ਅੰਮ੍ਰਿਤਸਰ, ਸਾਰਾ ਤਾਂ ਬਿਆਸ ਤੱਕ ਤਾਂ ਆ ਗਏ ਨੇ ਇਹ। ਸੋ ਇੱਧਰੋਂ ਮੁਕਤਸਰ ਤੱਕ ਆ ਗਏ ਨੇ, ਪੂਰੇ ਜ਼ਿਲ੍ਹੇ ਆ ਗਏ ਨੇ, ਮੋਗੇ ਤੱਕ ਆ ਗਏ ਨੇ। ਸੋ ਇਹ ਹੈ ਤਾਂ ਇੱਕ ਬੜਾ ਸਿਨਿਸਟਰ ਡਿਜ਼ਾਈਨ ਹੈ, ਕਿਸੇ ਚਾਲ ਦੇ ਵਿੱਚ ਕੀਤਾ ਗਿਆ ਹੈਗਾ। ਜਿਵੇਂ ਕਸ਼ਮੀਰ 'ਚ ਵੀ ਪਹਿਲਾਂ ਕਿੰਨੀ ਦੇਰ ਪੁਲਿਸ ਭੇਜਦੇ ਰਹੇ ਅਤੇ ਜੇ ਇਹਨੂੰ ਹੁਣ ਠੱਲ ਨਾ ਪਾਈ ਅਤੇ ਨਹੀਂ ਤਾਂ ਫਿਰ ਉਹੀ ਗੱਲ ਹੋਊਗੀ ਜਿਵੇਂ ਕਹਿੰਦੇ ਸਾਡੇ ਪਾਣੀ ਖੋਹ ਕੇ ਲੈ ਗਏ, ਸਾਡਾ ਚੰਡੀਗੜ੍ਹ ਲੈ ਗਏ, ਸਾਡੇ ਪੰਜਾਬ ਦੇ ਬੋਲੀ ਇਲਾਕੇ ਲੈ ਗਏ, ਤਾਂ ਲੈ ਗਏ, ਤੁਸੀਂ ਕੀ ਕਰ ਲਿਆ? ਜਦੋਂ ਤੱਕ ਪੰਜਾਬ ਇਕੱਠਾ ਹੋ ਕੇ ਨਹੀਂ ਲੜੂਗਾ, ਨਹੀਂ ਤਾਂ ਤੁਹਾਡੀ ਪੁਲਿਸ ਵੀ ਲੈ ਗਏ। ਹੈ ਤਾਂ ਸਭ ਕੁਝ ਅਨਕਨਸਟੀਟਿਊਸ਼ਨਲ ਹੈ, ਬਟ ਇਹ ਬਹੁਤ ਵੱਡੀ ਲੜਾਈ ਹੈ ਜੇ ਸਾਰੇ ਸੰਜੀਦਾ ਹੋਣਗੇ, ਔਰ ਜਿਨ੍ਹਾਂ ਦੇ ਰਿਮੋਟ ਕੰਟਰੋਲ ਦਿੱਲੀ 'ਚ ਨੇ ਉਹਨਾਂ ਨੂੰ ਛੱਡਣਾ ਪਊਗਾ, ਕਿਉਂਕਿ ਕੋਈ ਨੈਸ਼ਨਲਿਸਟ, ਮੈਨੂੰ ਇੱਕੋ ਹੀ ਗੱਲ ਨਹੀਂ ਸਮਝ ਆਉਂਦੀ, ਅੱਜ ਕਾਂਗਰਸ ਗੱਲ ਤਾਂ ਕਰ ਰਹੀ ਹੈ, ਇਹ ਚੀਫ ਮਿਨਿਸਟਰ ਵੀ ਗੱਲ ਕਰ ਰਹੇ ਨੇ, ਨਵਜੋਤ ਸਿੰਘ ਸਿੱਧੂ ਵੀ ਗੱਲ ਕਰ ਰਹੇ ਨੇ ਪੰਜਾਬ ਦੇ ਅਧਿਕਾਰ, ਪੰਜਾਬੀਅਤ, ਬਟ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਸਾਰੀਆਂ ਨੈਸ਼ਨਲਿਸਟ ਪਾਰਟੀਆਂ ਨੇ ਜਿੱਦਣ ਪਾਵਰ 'ਚ ਹੁੰਦੀਆਂ ਨੇ ਉਦੋਂ ਇਹਨਾਂ ਦਾ ਰੁਖ ਹੋਰ ਹੁੰਦਾ। ਇਹੀ ਕਾਂਗਰਸ ਸੀਗੀ ਜਿਹਨੇ ਕਿੰਨੇ ਸਾਲ ਇੱਥੇ ਪ੍ਰੈਜ਼ੀਡੈਂਟ ਰੂਲ ਬਾਰ ਲਾਇਆ। ਮੈਂ ਹੁਣ ਉਸ ਗੱਲ 'ਚ ਜਾਣਾ ਨਹੀਂ ਚਾਹੁੰਦਾ, ਪੁਰਾਣੀ ਹਿਸਟਰੀ ਸਾਰਿਆਂ ਨੂੰ ਪਤਾ ਹੈਗਾ। ਸੋ ਉਮੀਦ ਕਰਦੇ ਵੀ ਜਿਹੜੀ ਇਹ ਲੀਡਰਸ਼ਿਪ ਹੈ, ਜੇ ਪੰਜਾਬ ਨਾਲ ਸਕੀ ਹੈ ਪੰਜਾਬ ਦੀ, ਅਤੇ ਪੰਜਾਬ ਦੇ ਜਿਹੜੇ ਹੱਕ ਹਕੂਕ ਨੇ ਜਿਹੜੇ ਪਿਛਲੇ 70 ਸਾਲਾਂ ਤੋਂ ਖੋਏ ਜਾ ਰਹੇ ਨੇ, ਇੱਕ ਇੱਕ ਕਰਕੇ ਉਹਨਾਂ 'ਤੇ ਕੋਈ ਠੱਲ ਪਏਗੀ। ਠੱਲ ਪੈ ਸਕਦੀ ਹੈ ਜੇ ਪੰਜਾਬ ਇਕੱਠਾ ਹੁੰਦਾ। ਜੇ ਸਿਆਸਤ ਕਰਨੀ ਹੈ ਆ ਕੇ ਮੀਟਿੰਗ ਦੇ ਅੰਦਰ ਆ ਕੇ ਅਤੇ ਬਾਹਰ ਆ ਕੇ ਕੋਈ, ਫਿਰ ਪੰਜਾਬ ਦੇ ਹੱਕ ਹਕੂਕ ਨਹੀਂ ਪ੍ਰੋਟੈਕਟ ਹੋਣੇ, ਕਿਉਂਕਿ ਦੁਸ਼ਮਣ ਬਹੁਤ ਸ਼ਾਤਰ ਹੈ, ਦੁਸ਼ਮਣ ਬਹੁਤ ਪਾਵਰਫੁਲ ਹੈ।
ਕੁਸ਼ਲਪਾਲ ਮਾਨ ਜੀ, ਜਿਹੜਾ ਕਿ ਸਮਾਂ ਇਸ ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਪਰ ਗੱਲਾਂ ਬਹੁਤ ਨੇ ਕਰਨ ਵਾਲੀਆਂ। ਤੇ ਆਖਰ ਦੇ ਵਿੱਚ ਮੈਂ ਤੁਹਾਡੇ ਕੋਲ ਇੱਕ ਗੱਲ ਜ਼ਰੂਰ ਪੁੱਛਾਂਗਾ, ਕਿਉਂਕਿ ਦਰਸ਼ਕਾਂ ਦੇ ਵਿੱਚ ਹਮੇਸ਼ਾ ਜਾਂ ਅਸੀਂ ਗੱਲ ਕਰੀਏ ਕਿ ਪੱਤਰਕਾਰਾਂ ਦੇ ਵੱਲੋਂ ਜੋ ਗੱਲਾਂ ਕੀਤੀਆਂ ਜਾਂਦੀਆਂ ਨੇ, ਜੋ ਸਿਆਸਤ ਦੇ ਵਿੱਚ ਗੱਲਾਂ ਹੁੰਦੀਆਂ ਨੇ, ਉਹ ਜਿਹੜੇ ਇੱਕ ਜਰੀਆ ਹੁੰਦੇ ਨੇ ਪੱਤਰਕਾਰ ਜਿਹਨਾਂ ਦੇ ਰਾਹੀਂ ਗੱਲਾਂ ਬਾਹਰ ਪਹੁੰਚਦੀਆਂ ਨੇ। ਸੋ ਲੋਕਾਂ ਦੇ ਦਿਮਾਗ 'ਚ ਇੱਕ ਗੱਲ ਆਉਂਦੀ ਹੈ ਕਿ ਸਿਰਫ ਇੱਕ ਸਿਆਸੀ ਸਟੰਟ ਹੁੰਦੇ ਨੇ, ਪਰ ਜੋ ਕੁਝ ਕੱਲ੍ਹ ਹੋਇਆ ਕਿ ਉਹ ਵਾਕਈ ਸੁਹਿਰਦਤਾ ਨਾਲ ਕੀਤਾ ਗਿਆ, ਗੰਭੀਰਤਾ ਨਾਲ ਕੀਤਾ ਗਿਆ? ਤੇ ਜੇਕਰ ਉਹ ਸਟੰਟਬਾਜ਼ੀ ਹੈ, ਜੇ ਸਿਆਸੀ ਸਟੰਟ ਹੁੰਦਾ ਹੈ, ਤਾਂ ਉਹਦੇ ਨਤੀਜੇ ਕੀ ਨਿਕਲਣਗੇ? ਦੇਖੋ, ਕਹਿੰਦੇ ਨਾ, ਉਮੀਦ ਤੇ ਜ਼ਿੰਦਗੀ ਜ਼ਿੰਦਾ ਹੈ। ਅਸੀਂ ਉਮੀਦ ਕਰਦੇ ਹਾਂ ਇਹ ਜਿਹਾ ਉਪਰਾਲਾ ਪੰਜਾਬ ਸਰਕਾਰ ਨੇ ਬਹੁਤ ਦੇਰ ਬਾਅਦ ਕੀਤਾ, ਬਹੁਤ ਦੇਰ ਬਾਅਦ। ਮੇਰਾ ਖਿਆਲ ਅਮਰਿੰਦਰ ਸਿੰਘ ਹੋਰਾਂ ਨੇ ਤਾਂ 4.5 ਸਾਲ 'ਚ ਕੀਤਾ ਹੀ ਨਹੀਂ। ਸ਼ਾਇਦ ਬਾਦਲ ਸਾਹਿਬ ਵੇਲੇ ਕੋਈ ਹੁੰਦੀਆਂ ਸੀਗੀਆਂ ਸਰਬ ਪਾਰਟੀ ਮੀਟਿੰਗ। ਤੇ ਇਹ ਜੇ ਬਾਕੀ ਜਿਹੜਾ ਸਟੰਟ ਹੈ ਕਿ ਨਹੀਂ ਸਟੰਟ ਹੈ, ਇਹ ਚੀਜ਼ਾਂ ਤਾਂ ਅਲਟੀਮੇਟਲੀ ਐਗਜ਼ੀਕਿਊਸ਼ਨ 'ਤੇ ਡਿਪੈਂਡ ਕਰਦੀਆਂ ਨੇ ਵੀ ਗਵਰਨਮੈਂਟ ਉਹਨੂੰ ਕਿੰਨੀ ਸੀਰੀਅਸਲੀ ਐਗਜ਼ੀਕਿਊਟ ਕਰਦੀ ਹੈ। ਹੁਣ ਪਹਿਲਾਂ ਗਵਰਨਰ ਨੂੰ ਇਨਵਾਈਟ ਕਹਿਣਗੇ ਜੀ ਸਾਨੂੰ ਵਿਧਾਨ ਸਭਾ ਦਾ ਦਿਓ, ਫਿਰ ਉਹ ਜਾਏਗਾ। ਇੱਕ ਬੇਸਿਕ ਲਿਥਾਰਜੀ ਹੈਗੀ ਹੈ ਇੰਡੀਅਨ ਗਵਰਨਮੈਂਟ ਸਿਸਟਮ ਦੇ ਵਿੱਚ। ਸੋ ਈਵਨ ਜੇ ਅੱਜ ਚੀਫ ਮਿਨਿਸਟਰ ਚਾਹੁੰਦਾ ਵੀ ਹੈ, ਚੀਫ ਮਿਨਿਸਟਰ ਨੂੰ 10 ਦਿਨ ਲੱਗ ਜਾਣੇ ਆ ਵਿਧਾਨ ਸਭਾ ਦਾ ਸੈਸ਼ਨ ਕਨਵੀਨ ਕਰਦੇ। ਫਿਰ ਜੀ ਦੀਵਾਲੀ ਆ ਗਈ ਜੀ, ਫਲਾਣਾ ਹੋ ਗਿਆ, 15 ਨਵੰਬਰ ਇਹਦੇ 'ਤੇ ਆਈ ਖੜੀ ਹੈ ਜੀ, ਬਿਫੋਰ ਦ ਨੈਕਸਟ ਸਟੈਪ ਕੈਨ ਬੀ ਟੇਕਨ। ਬਟ ਅਫਸੋਸ ਇਹ ਹੈ ਵੀ ਪੰਜਾਬ ਦੇ ਲੋਕ ਜਿਹੜੀ ਉਹਨਾਂ ਦੀ ਆਜ਼ਾਦੀ 'ਤੇ ਡਾਕੇ ਪੈ ਰਹੇ ਨੇ, ਅਹਿਸਾਸ ਨਹੀਂ ਹੈ। ਅਫਸੋਸ ਦੀ ਗੱਲ ਹੈ ਵੀ ਜਿਵੇਂ ਪੰਜਾਬ ਦਾ ਕਿਸਾਨ ਉੱਠਿਆ ਕਿਸਾਨੀ ਮੁੱਦਿਆਂ 'ਤੇ, ਉਦੋਂ ਸਾਰੀ ਸਟੇਟ ਦੀ ਲਾਅ ਇਨਫੋਰਸਮੈਂਟ ਐਗਜ਼ੀਕਿਊਸ਼ਨ ਪੁਲਿਸ ਦੇ ਹੱਥੋਂ। ਜਦੋਂ ਤੁਹਾਡੀ ਪੁਲਿਸ ਹੀ ਤੁਹਾਡੀ ਨਾ ਰਹੀ, ਇੱਕ ਬਗਾਨੀ ਫੌਜ ਨੇ ਤੁਹਾਡੇ 'ਤੇ ਸਾਰਾ ਕੁਝ ਰਾਜ ਭਾਗ ਕਰ ਲਿਆ, ਤੁਸੀਂ ਤਾਂ ਤੁਹਾਡਾ ਤਾਂ ਰਾਜ ਹੀ ਚਲਾ ਗਿਆ। ਤੁਸੀਂ ਤਾਂ ਜਿੰਨੇ ਕੁ ਇੱਕ ਮਿਊਨਸਿਪੈਲਿਟੀ ਵੀ ਨਹੀਂ ਰਹਿ ਜਾਣੀ ਤੁਹਾਡੀ। ਸੋ ਲੋਕਾਂ ਨੂੰ ਉੱਠਣਾ ਚਾਹੀਦਾ, ਲੋਕਾਂ 'ਚ ਚੇਤਨਾ ਆਉਣੀ ਚਾਹੀਦੀ ਹੈ ਵੀ ਸਾਡੇ ਨਾਲ ਹੋਇਆ ਕੀ। ਇੱਦਾਂ ਹੀ ਕਰ ਕਰਕੇ ਪਿਛਲੇ 70 ਸਾਲਾਂ ਤੋਂ ਅਸੀਂ ਸਾਰਾ ਕੁਝ ਖੁੰਝਾ ਬੈਠੇ ਹਾਂ। ਵਕਤ ਹੈ ਜੇ ਲੋਕ ਉੱਠ ਕੇ ਸਮਝਣ ਇਸ ਗੱਲ ਨੂੰ ਔਰ ਰਿਸਪੌਂਸ ਕਰਨ। ਬੜੀ ਅੱਛੀ ਗੱਲ ਹੈ ਲੀਡਰਸ਼ਿਪਸ ਕਰ ਰਹੀਆਂ ਨੇ, ਬਟ ਲੋਕਾਂ ਵੱਲੋਂ ਮੈਨੂੰ ਰਿਸਪੌਂਸ ਹਾਲੇ ਇੰਨਾ ਨਹੀਂ ਦਿਸ ਰਿਹਾ ਇਸ ਇਸ਼ੂ 'ਤੇ। ਬਹੁਤ ਬਹੁਤ ਧੰਨਵਾਦ। ਇਹ ਸਨ ਸਰਦਾਰ ਕੁਸ਼ਲਪਾਲ ਸਿੰਘ ਜੀ ਮਾਨ ਜੀ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਨ੍ਹਾਂ ਨੇ ਬੀਤੇ ਕੱਲ੍ਹ ਚੰਡੀਗੜ੍ਹ ਪੰਜਾਬ ਭਵਨ 'ਚ ਹੋਈ ਮੀਟਿੰਗ ਦੇ ਵਿੱਚ ਜਿਹੜਾ ਕਿ ਆਪਣਾ ਹਿੱਸਾ ਲਿਆ। ਇਹਨਾਂ ਦੇ ਨਾਲ ਮੌਜੂਦ ਸਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ। ਸੋ ਕੁਸ਼ਲਪਾਲ ਮਾਨ ਜੀ ਨੇ ਜੋ ਕੁਝ ਅੰਦਰ ਮੀਟਿੰਗ ਹੋਈ ਉਹਦੇ ਬਾਰੇ ਸਾਰਾ ਵਰਤਾਂਤ ਨਾਲ ਦੱਸਿਆ, ਅਤੇ ਉਹਨਾਂ ਨੇ ਆਖਰ ਦੇ ਵਿੱਚ ਇੱਕ ਗੱਲ ਕਹੀ ਹੈ ਕਿ ਜਿੱਥੇ ਸਰਕਾਰਾਂ ਤਾਂ ਆਪਣਾ ਕੰਮ ਕਰਦੀਆਂ ਨੇ, ਉੱਥੇ ਲੋਕਾਂ ਨੂੰ ਵੀ ਸੁਹਿਰਦ ਹੋਣਾ ਪਏਗਾ, ਲੋਕਾਂ ਨੂੰ ਵੀ ਜਿਹੜੀ ਆ ਕਿ ਆਵਾਜ਼ ਚੁੱਕਣੀ ਪਏਗੀ, ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਕਿ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਪੂਰੀ ਤਰ੍ਹਾਂ ਜਕੜਿਆ ਜਾਵੇਗਾ। ਸੋ ਵੇਖਦੇ ਰਹੋ ਬੀ ਮੀਡੀਆ 24 ਅਤੇ ਜਲਦੀ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।